ਜੋ ਅੱਜ ਭਾਦਰੋਂ ਮਹੀਨੇ ਦੀ ਆਰੰਭਤਾ ਹੋਈ ਹੈ, ਆਓ ਰਲ ਮਿਲ ਕੇ ਕੁਝ ਕੁ ਸਮਾਂ ਸਤਿਗੁਰਾਂ ਦੇ ਪਾਵਨ ਬਚਨਾਂ ਦੀ ਵਿਚਾਰਾਂ ਦੀ ਸਾਂਝ ਪਾਈਏ। ਸਤਿਗੁਰੂ ਸਮੱਤ ਬਖਸ਼ਣ, ਕਿਰਪਾ ਕਰਕੇ ਸੇਵਾ ਲੈਣ। ਸੋ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਫਤਿਹ ਦੀ ਸਾਂਝ ਪਾਈਏ। ਰਲ ਕੇ ਕਹੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਪਾਵਨ ਬਚਨ ਹਨ। ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ, ਲੱਖ ਸਿਗਾਰ ਬਣਾਇਆ, ਕਾਰਜ ਨਾਹੀ ਕੇਤ। ਜੈਤ ਦਿਨ ਦੇਹ ਬਿਨਸੀ, ਤੈਤ ਵੇਲੇ ਕੈਸਨ ਪ੍ਰੇਤ। ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਣੀ ਭੇਤ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਹੱਥ ਮਰੋੜੈ ਤਨ ਕਪੇ, ਸਿਆਹੋ ਹੋਆ ਸੇਤ। ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਨਾਨਕ ਪ੍ਰਭ ਸਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਏ ਨਰਕ ਨ ਪਾਈਐ ਹੈ, ਗੁਰ ਰੱਖਣ ਵਾਲਾ ਹੇਤ। ਸੋ 12 ਮਾਹ ਬਾਣੀ ਦੇ ਵਿੱਚ ਜੋ ਸਤਿਗੁਰਾਂ ਨੇ ਪਾਵਨ ਬਚਨ ਸਾਨੂੰ ਸਮਝਾਉਣ ਵਾਸਤੇ ਕੀਤੇ ਕਿ ਇਨਸਾਨ ਜੋ ਤੇਰੇ ਵਾਸਤੇ ਭਾਦੋਂ ਦਾ ਮਹੀਨਾ ਸੌਖਾ ਹੋ ਜਾਵੇ। ਸਭ ਕਹਿੰਦੇ ਹਨ, ਸਤਿਗੁਰੂ ਕਹਿੰਦੇ ਹਨ ਕਿ ਜਿਹੜੇ ਮਨੁੱਖ ਪਰਮਾਤਮਾ ਦੇ ਚਰਨਾਂ ਨਾਲੋਂ ਟੁੱਟ ਕੇ ਦੂਜੇ ਕੰਮਾਂ ਵਿੱਚ ਪੈ ਗਏ, ਦੂਜਿਆਂ ਦੇ ਮਗਰ ਲੱਗ ਗਏ, ਕੂੜਿਆਰ ਕੰਮਾਂ ਦੇ ਵਿੱਚ ਪੈ ਗਏ, ਸਤਿਗੁਰੂ ਕਹਿੰਦੇ ਫਿਰ ਉਹਨਾਂ ਦੇ ਮਨ ਨੂੰ ਭਾਈ ਉਹਨਾਂ ਦੇ ਅੰਦਰ ਨੂੰ ਟਿਕਾ ਕਿੱਥੇ ਹੈ? ਉਹਨਾਂ ਦੇ ਅੰਦਰ ਨੂੰ ਟਿਕਾ ਨਹੀਂ ਪੈਦਾ ਹੋਵੇਗਾ। ਸਤਿਗੁਰੂ ਕਹਿੰਦੇ ਕਿ ਭਾਈ ਜੇ ਤੂੰ ਆਪਣੇ ਅੰਦਰ ਦੀ ਖੁਸ਼ੀ ਚਾਹੁੰਦਾ ਹੈ, ਮਨ ਦੀ ਖੁਸ਼ੀ ਚਾਹੁੰਦਾ ਹੈ, ਤਾਂ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਿਆ ਰਹਿ। ਜਿਸ ਨੇ ਤੈਨੂੰ ਇਸ ਮਾਤਲੁਕ 'ਤੇ ਭੇਜਿਆ ਹੈ, ਤੇਰੀ ਫਿਕਰ ਉਸ ਨੂੰ ਹੈ। ਸਾਨੂੰ ਵੀ ਇਸ ਤਰ੍ਹਾਂ ਲੱਗਦਾ ਹੈ ਕਿ ਇਨਸਾਨ ਦੇ ਵਿੱਚ ਜੋ ਮੈਂ ਹੈ, ਹਉਮੈ ਹੈ, ਉਹ ਇਸ ਤਰ੍ਹਾਂ ਹੀ ਕਹਿੰਦਾ ਹੈ ਕਿ ਜੋ ਕਰ ਸਕਦਾ ਮੈਂ ਕਰ ਸਕਦਾ ਹਾਂ, ਸਭ ਕੁਝ ਮੈਂ ਕਰ ਸਕਦਾ ਹਾਂ। ਪਰ ਜਦੋਂ ਸਤਿਗੁਰਾਂ ਦੇ ਪਾਵਨ ਬਚਨ ਪੜ੍ਹੀਏ, ਸਤਿਗੁਰਾਂ ਦੀ ਬਾਣੀ ਪੜ੍ਹੀਏ, ਸਤਿਗੁਰਾਂ ਦੇ ਬਚਨਾਂ ਦੀ ਕੁਝ ਵਿਚਾਰ ਕਰੀਏ, ਤਾਂ ਲੱਗਦਾ ਹੈ, ਸਮਝ ਪੈ ਜਾਂਦੀ ਕਿ ਮੇਰੇ ਮਾਲਕਾ, ਮੈਂ ਤਾਂ ਭੁਲੇਖੇ ਦੇ ਵਿੱਚ ਹੀ ਫਿਰਦਾ ਹਾਂ। ਮੈਂ ਤਾਂ ਭਰਮਾਂ ਦੇ ਵਿੱਚ ਹੀ ਤੁਰਿਆ ਫਿਰਦਾ ਹਾਂ। ਜਿੰਨੀ ਦੇਰ ਤੱਕ ਮੇਰੇ ਅੰਦਰ ਮੈਂ ਦੀ ਹਉਮੈ ਖਤਮ ਨਹੀਂ ਹੁੰਦੀ, ਓਨੀ ਦੇਰ ਤੱਕ ਮਨ ਨੇ ਤੇਰੇ ਨਾਲ ਜੁੜਨਾ ਨਹੀਂ। ਜੇ ਤੇਰੇ ਨਾਲ ਜੁੜੇਗਾ ਨਹੀਂ ਤਾਂ ਇਹ ਜਨਮ ਮਰਨ ਦਾ ਗੇੜ ਖਤਮ ਨਹੀਂ ਹੋਵੇਗਾ। ਇਨਸਾਨ ਦੇ ਮਨੁੱਖ ਦੇ ਮਨ ਵਿੱਚ, ਮਨੁੱਖ ਦੇ ਵਿੱਚ ਇਹ ਭਰਮ ਹੈ ਕਿ ਸ਼ਾਇਦ ਸੰਸਾਰ ਦੇ ਸੁੱਖ ਭੋਗਣ ਕਰਕੇ ਹੀ ਪ੍ਰਾਪਤੀ ਹੋਵੇਗੀ, ਸੰਸਾਰ ਦੇ ਮੋਹ ਵਿੱਚ ਪੈ ਕੇ ਹੀ ਸ਼ਾਇਦ ਜੀਵਨ ਸੌਖਾ ਹੋਵੇਗਾ। ਪਰ ਇਹ ਭਰਮ ਬਹੁਤ ਵੱਡਾ ਹੈ। ਸਤਿਗੁਰੂ ਸਾਨੂੰ ਬਾਣੀ ਦੇ ਵਿੱਚ ਵੀ ਸਮਝਾਉਣਾ ਕਰਦੇ ਹਨ ਕਿ ਮਨੁੱਖ ਦੇ ਵਿੱਚ ਭਰਮ ਕਿਸ ਤਰ੍ਹਾਂ ਦੇ ਹਨ। ਸਤਿਗੁਰੂ ਕਹਿੰਦੇ ਹਨ ਕਿ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਵਿਛਰਤ ਦੁਖ ਪਾਇਆ, ਸੋ ਗਤ ਪਈ ਹਮਾਰੀ। ਜਿਵੇਂ ਇੱਕ ਬਾਦਸ਼ਾਹ ਰਾਤ ਦੇ ਸਮੇਂ ਆਪਣੇ ਸਿੰਘਾਸਨ ਉੱਤੇ ਸੁੱਤਾ ਹੈ, ਨੀਂਦ ਆਈ, ਸੁਪਨੇ ਵਿੱਚ ਕੀ ਦੇਖਦਾ ਹੈ ਕਿ ਉਹ ਭਿਖਾਰੀ ਬਣ ਗਿਆ ਹੈ, ਲੋਕਾਂ ਦੇ ਦਰ ਤੋਂ ਮੰਗ ਕੇ ਉਹ ਖਾਂਦਾ ਹੈ। ਜਦੋਂ ਸੁਪਨਾ ਖੁੱਲ੍ਹਿਆ, ਨੀਂਦ ਖੁੱਲ੍ਹੀ, ਤਾਂ ਸਮਝ ਪੈ ਗਈ ਕਿ ਮੈਂ ਰਾਜ ਭਾਗ ਦੇ ਹੁੰਦਿਆਂ ਹੋਇਆ ਵੀ ਭਿਖਾਰੀ ਹਾਂ। ਸਾਹਿਬ ਕਹਿੰਦੇ ਹਨ ਕਿ ਇਹੋ ਜਿਹਾ ਭਰਮ ਸਾਨੂੰ ਵੀ ਹੈ। ਅਸੀਂ ਆਤਮਿਕ ਤੌਰ 'ਤੇ ਸ਼ਹਿਜ਼ਾਦੇ ਹਾਂ, ਮਾਲਕ ਦੇ ਬਣਾਏ ਹੋਏ ਸ਼ਹਿਜ਼ਾਦੇ ਹਾਂ। ਅੰਦਰੋਂ ਰੂਹਾਨੀਅਤ ਦੇ ਮਾਲਕ ਹਾਂ। ਪਰਮਾਤਮਾ ਨੇ
ਸਾਨੂੰ ਰਾਜੇ ਬਣਾਇਆ ਹੈ ਰੂਹਾਨੀਅਤ ਦੇ, ਸ਼ਹਿਜ਼ਾਦੇ ਬਣਾਇਆ ਹੈ, ਆਪਣੇ ਬੱਚੇ ਆਪਣੇ ਵਰਗੇ ਬਣਾ ਕੇ ਭੇਜਿਆ ਹੈ। ਨਿਰੰਕਾਰ ਨੇ ਕਿਰਪਾ ਕਰਕੇ ਆਪਣੇ ਪੁੱਤਰ ਸਾਨੂੰ ਬਣਾਇਆ ਹੈ। ਪਰ ਮਾਇਆ ਦਾ ਸੁਪਨਾ ਇਹੋ ਜਿਹਾ ਦੇਖਿਆ, ਮਾਇਆ ਦਾ ਸੁਪਨਾ ਇਹੋ ਜਿਹਾ ਆਇਆ ਕਿ ਰੂਹਾਨੀਅਤ ਦਾ ਰਾਜ ਜੋ ਗੁਰੂ ਵੱਲੋਂ ਦਿੱਤਾ ਗਿਆ ਸੀ, ਉਸ ਦੇ ਹੋਣ ਦੇ ਬਾਵਜੂਦ ਵੀ ਅਸੀਂ ਭਿਖਾਰੀ ਬਣ ਕੇ ਰਹਿ ਗਏ। ਅਸੀਂ ਦਰ ਦਰ ਦੀ ਭਟਕਣਾ ਦੇ ਵਿੱਚ ਪੈ ਗਏ। ਜਿਸ ਉਸ ਵਾਹਿਗੁਰੂ ਪਰਮੇਸ਼ਵਰ ਪਿਤਾ ਨੇ ਸਾਨੂੰ ਆਪਣੇ ਬੱਚੇ ਬਣਾ ਕੇ ਰੂਹਾਨੀਅਤ ਦੇ ਅੰਦਰ ਦੇ ਰਾਜੇ ਬਣਾ ਕੇ ਭੇਜਿਆ, ਅਸੀਂ ਰਾਜਾਂ ਵਾਲਾ ਰੂਹਾਨੀਅਤ ਦਾ ਉਹ ਰੂਪ ਛੱਡ ਕੇ, ਉਹ ਰਾਜ ਛੱਡ ਕੇ, ਉਹ ਗੁਰਮਤਿ ਛੱਡ ਕੇ, ਗੁਰੂ ਦੀ ਮੱਤ ਛੱਡ ਕੇ ਅਸੀਂ ਥਾਂ ਥਾਂ 'ਤੇ ਮੰਗ ਮੰਗ ਕੇ ਖਾਣ ਵਾਲੇ ਬਣ ਗਏ। ਕਿਉਂ? ਕਿ ਅਸੀਂ ਮਾਇਆ ਦਾ ਸੁਪਨਾ ਲੈ ਬੈਠੇ। ਅਸੀਂ ਸੁਪਨੇ ਵਿੱਚ ਫਿਰਦੇ ਹਾਂ ਕਿ ਸ਼ਾਇਦ ਸਾਨੂੰ ਮਾਇਆ ਕੀ ਕਿਸਮ ਦੀ ਹੈ। ਇੱਕ ਧਨ ਮਾਇਆ ਨਹੀਂ, ਪੈਸਾ ਮਾਇਆ ਨਹੀਂ, ਮਾਇਆ ਸਾਡਾ ਬੱਚਿਆਂ ਦਾ ਮੋਹ ਵੀ ਹੈ, ਮਾਇਆ ਸਾਡਾ ਰਿਸ਼ਤੇਦਾਰੀਆਂ ਦਾ ਮੋਹ ਵੀ ਹੈ, ਮਾਇਆ ਸਾਡਾ ਘਰ ਦਾ ਜਿਹੜਾ ਮੋਹ ਵੀ ਹੈ, ਮਾਇਆ ਸਾਡਾ ਆਤਮਿਕ ਮੋਹ ਵੀ ਹੈ ਕਿ ਅਸੀਂ ਸਭ ਤੋਂ ਸੋਹਣੇ ਹਾਂ, ਸਾਡਾ ਸਰੀਰ ਸੋਹਣਾ ਹੈ, ਅਸੀਂ ਸਭ ਤੋਂ ਉੱਚੇ ਹਾਂ। ਇਹ ਸਾਰੀ ਮਾਇਆ ਹੈ। ਅਸੀਂ ਮਾਇਆ ਦੇ ਵਿੱਚ ਪੈ ਕੇ ਉਸ ਮਾਲਕ ਦੇ ਰੂਹਾਨੀਅਤ ਦੇ ਰਾਜ ਨੂੰ ਭੁੱਲ ਗਏ, ਉਸ ਮਾਲਕ ਦੀ ਗੁਰਮਤਿ ਨੂੰ ਭੁੱਲ ਗਏ। ਸਤਿਗੁਰੂ ਕਹਿੰਦੇ, ਪਾਤਸ਼ਾਹ ਕਹਿੰਦੇ, ਭਾਈ ਇਹ ਤੇਰੇ ਜੋ ਵਿੱਚ ਭੁਲੇਖਾ ਹੈ, ਇਹ ਤੈਨੂੰ ਭਰਮ ਪੈ ਗਿਆ ਹੈ, ਇਸ ਕਰਕੇ ਤੂੰ ਉਸ ਮਾਲਕ ਦੇ ਚਰਨਾਂ ਨਾਲੋਂ ਟੁੱਟ ਗਿਆ। ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ। ਸਤਿਗੁਰੂ ਕਹਿੰਦੇ ਕਿ ਇਸ ਦਾ ਆਖਰੀ ਅਰਥ ਹੈ, ਜੋ ਕੋਈ ਲੱਖਾਂ ਹੀ ਸ਼ਿੰਗਾਰ ਕਰ ਲਵੇ ਤਾਂ ਉਸ ਦੇ ਕਿਸੇ ਅਰਥ ਨਹੀਂ। ਕਿਉਂ? ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਦੱਸਦੀ ਹੈ ਕਿ ਸ਼ਿੰਗਾਰ ਕਰੀਦਾ ਹੈ ਕੇਵਲ ਆਪਣੇ ਮਾਲਕ ਨੂੰ ਖੁਸ਼ ਕਰਨ ਵਾਸਤੇ। ਸ਼ਿੰਗਾਰ ਕਰਨਾ ਕਿਸੇ ਨੂੰ ਖੁਸ਼ ਕਰਨ ਵਾਸਤੇ। ਜੇ ਮਾਲਕ ਦੇ ਚਰਨਾਂ ਨਾਲ ਤੇਰਾ ਇਹ ਜੀਵ, ਇਹ ਇਨਸਾਨ, ਜੇ ਤੇਰਾ ਮਾਲਕ ਦੇ ਚਰਨਾਂ ਨਾਲ ਪਿਆਰ ਨਹੀਂ, ਤੇਰਾ ਆਪਣੇ ਪਤੀ ਪਰਮਾਤਮਾ ਨਾਲ ਪਿਆਰ ਹੀ ਨਹੀਂ, ਤਾਂ ਤੇਰਾ ਸ਼ਿੰਗਾਰ ਕੀਤਾ ਬੇਕਾਰ ਹੈ। ਹੁਣ ਸੰਸਾਰੀ ਤੌਰ 'ਤੇ ਕੋਈ ਇਸਤਰੀ ਆਪਣੇ ਮਾਲਕ ਨੂੰ, ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ ਸ਼ਿੰਗਾਰ ਕਰੇ, ਪਰ ਉਹਦੇ ਨਾਲ ਅੰਦਰੋਂ ਪਿਆਰ ਨਹੀਂ, ਦਿਖਾਵੇ ਵਾਸਤੇ ਸ਼ਿੰਗਾਰ ਕਰੇ, ਜਿੰਨਾ ਮਰਜ਼ੀ ਕਰੇ, ਪਰ ਜੇਕਰ ਆਪਣੇ ਪਤੀ ਨਾਲ ਪਿਆਰ ਨਹੀਂ, ਉਹਦੇ ਨਾਲ ਮੋਹ ਨਹੀਂ, ਤਾਂ ਭਾਈ ਉਹਦਾ ਸ਼ਿੰਗਾਰ ਕੀਤਾ ਬੇਕਾਰ ਹੈ। ਕਿਉਂ? ਕਿ ਜਿਹੜਾ ਪਿਆਰ ਦਾ ਸ਼ਿੰਗਾਰ ਹੈ, ਇਹ ਸਭ ਤੋਂ ਉੱਤਮ ਹੈ। ਹੁਣ ਪਰਮਾਤਮਾ ਹੈ, ਉਹ ਅੰਦਰ ਦਾ ਪਿਆਰ ਦੇਖਦਾ ਹੈ, ਬਾਹਰੋਂ ਤੋਂ ਕੀ ਹੈ ਉਹਨੂੰ ਕੋਈ ਫਰਕ ਨਹੀਂ। ਕਿਉਂਕਿ ਪਰਮਾਤਮਾ ਸਾਡੇ ਅੰਦਰ ਬੈਠਾ ਹੈ, ਉਸ ਦਾ ਅੰਦਰ ਦੀ ਗੱਲ ਜਾਣਨ ਵਾਲਾ ਹੈ। ਜੋ ਅੰਦਰ ਦੇਖਦਾ ਹੈ ਉਸ ਦੇ ਮੁਤਾਬਕ ਫੈਸਲਾ ਹੁੰਦਾ ਹੈ। ਸਾਡੇ ਅੰਦਰ ਕੀ ਚੱਲਦਾ ਹੈ, ਸਾਰਿਆਂ ਨੂੰ ਆਪਾਂ ਨੂੰ ਆਪਣਾ ਆਪਣਾ ਪਤਾ ਹੈ। ਕੋਈ ਕਿਸੇ ਬਾਰੇ ਨਹੀਂ ਦੱਸ ਸਕਦਾ ਕਿ ਕਿਹਦੇ ਅੰਦਰ ਕੀ ਚੱਲ ਰਿਹਾ। ਉਹ ਮਾਲਕ ਜ਼ਰੂਰ ਜਾਣਦਾ ਹੈ। ਕਿਉਂ? ਕਿ ਉਹ ਤਾਂ ਅੰਦਰ ਬੈਠਾ ਹੈ। ਜਿਹੜੇ ਹੁਣ ਅੰਦਰ ਚਾਨਣ ਹੋਵੇ, ਉੱਥੇ ਚਾਨਣੇ ਪਈ ਚੀਜ਼ ਦਿਸਦੀ ਹੈ, ਅਤੇ ਜਿਹਨੂੰ ਦਿਸਦੀ ਹੈ ਉਹ ਭਾਈ ਉਸ ਦੇ ਮੁਤਾਬਕ ਹੀ ਉਸ ਨੂੰ ਟਿਕਾਉਂਦਾ ਹੈ, ਉਸ ਦੇ ਮੁਤਾਬਕ ਹੀ ਫੈਸਲਾ ਕਰਦਾ ਹੈ। ਜੇ ਹੁਣ ਜਿਹਦੇ ਅੰਦਰ ਜਿਹੜੀ ਚੀਜ਼ ਪਈ ਹੈ, ਜੇ ਕੂੜ ਪਿਆ ਤਾਂ ਇਹ ਵੀ ਮਾਲਕ ਨੂੰ ਦਿਸਦਾ ਹੈ, ਜੇ ਕੋਈ ਧਰਮ ਕਰਮ ਪਿਆ ਹੈ ਤਾਂ ਉਹ ਵੀ ਉਸ ਨੂੰ ਦਿਸਦਾ ਹੈ। ਬਾਹਰਲੇ ਸਰੀਰ ਨਾਲ ਪਰਮੇਸ਼ਵਰ ਦਾ ਕੋਈ ਸੰਬੰਧ ਨਹੀਂ, ਕਿਉਂਕਿ ਬਾਹਰ ਤਾਂ ਸਾਡਾ ਤਨ ਕਰਕੇ ਅਸੀਂ ਸਾਰੇ ਦੇਖਦੇ ਹਾਂ, ਮਨ ਕਰਕੇ ਪਰਮਾਤਮਾ ਦੇਖਦਾ ਹੈ। ਕਿ ਜੋ ਸ਼ਿੰਗਾਰ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ, ਕਿ ਤੇਰੇ ਇਹ ਭਾਈ ਕਿਸੇ ਕੰਮ ਨਹੀਂ, ਭਾਵੇਂ ਤੂੰ ਲੱਖਾਂ ਸ਼ਿੰਗਾਰ ਕਰ ਲਵੇਂ, ਜੇ ਤੇਰਾ ਮਾਲਕ ਤੇਰੇ ਉੱਤੇ ਖੁਸ਼ ਨਹੀਂ, ਭਾਵੇਂ ਤੂੰ ਜਿੰਨੇ ਮਰਜ਼ੀ ਸ਼ਿੰਗਾਰ ਕਰ ਲਵੇਂ, ਤੈਨੂੰ ਪਰਮਾਤਮਾ ਦੀ, ਤੈਨੂੰ ਆਪਣੇ ਪਤੀ ਦੀ, ਤੈਨੂੰ ਆਪਣੇ ਮਾਲਕ ਦੀ ਕਦੇ ਖੁਸ਼ੀ ਨਹੀਂ ਮਿਲ ਸਕਦੀ, ਪ੍ਰਸੰਨਤਾ ਨਹੀਂ ਮਿਲ ਸਕਦੀ। ਸ਼ਿੰਗਾਰ ਦਾ ਅਰਥ ਹੈ
ਕਿ ਮੈਂ ਧਰਮ ਦੇ ਕਰਮ ਤਾਂ ਕਰਦਾ ਹਾਂ, ਮੈਂ ਲਿਬਾਸ ਤਾਂ ਭਰਮੀਆਂ ਵਾਲਾ ਪਾਇਆ ਹੈ, ਸ਼ਿੰਗਾਰ ਤਾਂ ਬਹੁਤ ਕੀਤੇ ਹਨ, ਮੈਨੂੰ ਲੋਕ ਗੁਰਸਿੱਖ ਕਹਿਣ, ਮੈਨੂੰ ਲੋਕ ਧਰਮੀ ਕਹਿਣ, ਮੈਨੂੰ ਲੋਕ ਚੰਗਾ ਕਹਿਣ। ਇਸ ਤਰ੍ਹਾਂ ਕਰਕੇ ਬੜੇ ਸ਼ਿੰਗਾਰ ਹੈ। ਪਰ ਸਾਹਿਬ ਕਹਿੰਦੇ ਹਨ ਕਿ ਅੰਦਰ ਗੁਰੂ ਨਾਲ ਪਿਆਰ ਨਾ ਹੋਵੇ ਤਾਂ ਭਾਈ ਤੇਰੇ ਲੱਖਾਂ ਸ਼ਿੰਗਾਰ ਕੀਤੇ ਵੀ ਕਿਸੇ ਕੰਮ ਨਹੀਂ, ਜਿਹੜੇ ਮਾਲਕ ਨੂੰ ਖੁਸ਼ ਹੀ ਨਹੀਂ ਕਰ ਸਕਦੇ। ਉਹ ਫਿਰ ਕਰਨ ਦਾ ਕੀ ਫਾਇਦਾ। ਹੁਣ ਧਾਰਮਿਕ ਤੌਰ 'ਤੇ ਕੀ ਸ਼ਿੰਗਾਰ ਹਨ ਕਿ ਕੋਈ ਜੱਟਾਂ ਦਾ ਆਪਣਾ ਮੁਕਟ ਬਣਾ ਲੈਂਦਾ ਹੈ। ਆਪਾਂ ਦੇਖਦੇ ਹਾਂ ਆਮ ਬਹੁਤ ਲੰਬੀਆਂ ਲੰਬੀਆਂ ਜਟਾਂ ਹੁੰਦੀਆਂ, ਉਸੇ ਦਾ ਮੁਕਟ ਬਣਾ ਲੈਣਾ, ਚਾਹੇ ਉਹਦੀ ਦਸਤਾਰ ਬਣਾ ਲੈਣੀ ਉੱਤੇ ਸਿਰ ਦੇ, ਕਿਸੇ ਨੇ ਭਗਵੇਂ ਪਾ ਲੈਣੇ, ਔਰ ਇਸੇ ਤਰ੍ਹਾਂ ਹੀ ਕੋਈ ਧੂਏਂ ਤਾਪਦਾ, ਕੋਈ ਸਮਾਧੀਆਂ ਲਾਉਂਦਾ। ਪਰ ਜੇਕਰ ਅੰਦਰੋਂ ਪ੍ਰਮਾਤਮਾ ਨਾਲ ਪਿਆਰ ਨਹੀਂ ਤਾਂ ਸਤਿਗੁਰੂ ਕਹਿੰਦੇ ਭਾਈ ਤੇਰੇ ਸਾਰੇ ਬੇਕਾਰ ਹਨ। ਇਹ ਸਿਰਫ ਤੇਰੇ ਵਿਖਾਵੇ ਵਾਸਤੇ ਹਨ, ਜੋ ਤੂੰ ਲੋਕਾਂ ਨੂੰ ਭਰਮਾਉਣ ਵਾਸਤੇ ਕਰਦਾ ਹੈ। ਪਾਤਸ਼ਾਹ ਕਹਿੰਦੇ ਭਾਈ ਤੇਰਾ ਇਹ ਸ਼ਿੰਗਾਰ ਮਾਲਕ ਨੂੰ ਨਹੀਂ ਪਾਉਂਦਾ। ਕਹਿੰਦੇ ਹਨ ਕਿ ਇੱਕ ਸਮੇਂ ਪੰਡਤ ਜੀ ਨੇ ਜਨੇਊ ਪਾਇਆ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਆਇਆ ਅਤੇ ਕਹਿਣ ਲੱਗਾ ਕਿ ਮੈਂ ਬਿਲਕੁਲ ਧਰਮੀ ਹਾਂ। ਪਰ ਮੇਰੇ ਪਾਤਸ਼ਾਹ ਸਤਿਗੁਰੂ ਕਹਿਣ ਲੱਗੇ ਤੂੰ ਕਿਵੇਂ ਕਹਿ ਸਕਦਾ ਹੈ ਕਿ ਮੈਂ ਧਰਮੀ ਹਾਂ? ਤੇਰੇ ਕੋਲੇ ਕੀ ਸਬੂਤ ਹੈ ਕਿ ਤੂੰ ਧਰਮੀ ਹੈ? ਕਹਿਣ ਲੱਗਾ ਮੈਂ ਜਨੇਊ ਪਾਇਆ ਹੈ। ਪਰ ਜੋ ਦੂਜੇ ਨੂੰ ਕਹਿਣਾ ਬਹੁਤ ਸੌਖਾ ਹੈ ਕਿ ਇਹ ਮੇਰੇ ਮਨਾ, ਆਪਣੇ ਮਨ ਅੰਦਰ ਝਾਤੀ ਮਾਰ ਕੇ ਦੇਖੀ ਕਿ ਤੂੰ ਕਿਤੇ ਭੇਖੀ ਤਾਂ ਨਹੀਂ, ਇਹ ਤੂੰ ਭੇਖ ਦਾ ਅਭਿਮਾਨ ਤਾਂ ਨਹੀਂ। ਸਾਹਿਬ ਕਹਿਣ ਲੱਗੇ ਕਿ ਪਿਆਰਿਆ ਇਹ ਤੇਰਾ ਸ਼ਿੰਗਾਰ ਕਿਸੇ ਕੰਮ ਦਾ ਨਹੀਂ। ਜੋ ਤੂੰ ਲੋਕਾਂ ਨੂੰ ਦਿਖਾਉਣ ਵਾਸਤੇ ਕਰਦਾ ਹੈ, ਪਰ ਤੇਰੇ ਅੰਦਰ ਕੀ ਚੱਲ ਰਿਹਾ ਹੈ ਇਹ ਤੂੰ ਜਾਣਦਾ ਹੈ ਜਾਂ ਪ੍ਰਮਾਤਮਾ ਜਾਣਦਾ ਹੈ, ਕਿਉਂਕਿ ਉਹ ਤਾਂ ਤੇਰੇ ਅੰਦਰ ਬੈਠਾ ਦੇਖਦਾ ਹੈ ਤੇਰੇ ਕੰਮਾਂ ਨੂੰ। ਤੂੰ ਕੀ ਸੋਚਦਾ ਹੈ ਉਸ ਨੂੰ ਸਭ ਪਤਾ ਹੈ। ਇਸੇ ਤਰ੍ਹਾਂ ਬਾਬਾ ਫਰੀਦ ਜੀ ਵੀ ਕਹਿੰਦੇ ਹਨ ਕਿ ਮੈਨੂੰ ਤਾਂ ਲੋਕ ਦਰਵੇਸ਼ ਕਹਿੰਦੇ ਹਨ, ਫਕੀਰ ਕਹਿੰਦੇ ਹਨ, ਮਹਾਤਮਾ ਕਹਿੰਦੇ ਹਨ, ਪਰ ਬਾਬਾ ਫਰੀਦ ਜੀ ਦਾ ਬਚਨ ਹੈ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼। ਲੋਕੀ ਮੈਨੂੰ ਦਰਵੇਸ਼ ਕਹਿੰਦੇ ਹਨ, ਭਗਤ ਕਹਿੰਦੇ ਹਨ, ਪਰ ਮੈਂ ਤਾਂ ਮੇਰੇ ਮਾਲਕਾ ਗੁਨਾਹਾਂ ਦਾ ਭਰਿਆ ਹੋਇਆ ਹਾਂ। ਇਸ ਤਰ੍ਹਾਂ ਦੀਆਂ ਅਰਦਾਸਾਂ ਪ੍ਰਮਾਤਮਾ ਨੂੰ ਪਾਉਂਦੀਆਂ ਹਨ। ਗੁਨਾਹ ਹੁੰਦਿਆਂ ਹੋਇਆਂ ਵੀ ਕਈ ਕਹਿੰਦੇ ਹਨ ਅਸੀਂ ਗੁਨਾਹ ਨਹੀਂ ਕੀਤਾ, ਪਰ ਕਈਆਂ ਨੇ ਗੁਨਾਹ ਕਰਕੇ ਵੀ ਪ੍ਰਮਾਤਮਾ ਅੱਗੇ ਕਹਿੰਦੇ ਹਨ। ਸਤਿਗੁਰਾਂ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਭਾਈ ਤੂੰ ਕਿਤੇ ਨਾ ਕਿਤੇ ਤਾਂ ਗੁਨਾਹ ਹੁੰਦਾ ਹੀ ਹੈ। ਸੂਖਮ ਭੁੱਲਾਂ ਬਹੁਤ ਹੁੰਦੀਆਂ ਹਨ ਜਿਹੜੀਆਂ ਸਾਨੂੰ ਨਜ਼ਰ ਨਹੀਂ ਆਉਂਦੀਆਂ, ਪਰ ਸਤਿਗੁਰੂ ਨੇ ਸਾਨੂੰ ਬਚਨ ਦਿੱਤੇ ਹਨ ਕਿ ਤੂੰ ਅਰਦਾਸ ਬੇਨਤੀ ਕਿਵੇਂ ਕਰ ਸਕਦਾ ਹੈ। ਆਪਾਂ ਰੋਜ਼ ਬਚਨ ਪੜ੍ਹਦੇ ਹਾਂ, ਕਈ ਵਾਰੀ ਆਪਾਂ ਬਚਨਾਂ ਦੀ ਸਾਂਝ ਪਾਉਂਦੇ ਵੀ ਹਾਂ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਕਿ ਇਹ ਮੇਰੇ ਮਾਲਕ ਜਿਵੇਂ ਸਮੁੰਦਰ ਸਾਗਰ ਨੀਰ ਦੇ ਨਾਲ ਭਰਿਆ ਹੋਵੇ, ਪਾਣੀ ਦੇ ਨਾਲ ਭਰਿਆ ਹੋਵੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਉਗਣ ਮਾਰੇ, ਓਨੇ ਗੁਨਾਹ ਮੇਰੇ ਵਿੱਚ ਹਨ। ਇੱਕ ਨਹੀਂ, ਦੋ ਨਹੀਂ, 10 ਨਹੀਂ, 20 ਨਹੀਂ, ਲੱਖਾਂ ਨਹੀਂ, ਪਤਾ ਨਹੀਂ ਕਿੰਨੇ ਆ, ਬੇਗਿਣਤ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਮੇਰੇ ਮਾਲਕਾ ਮੇਰੇ ਵਿੱਚ ਤਾਂ ਇੰਨੇ ਗੁਨਾਹ ਹਨ, ਤੂੰ ਕਿਰਪਾ ਕਰਕੇ ਬਖਸ਼ ਲੈ। ਉਹ ਬਖਸ਼ਣਯੋਗ ਹੈ, ਮਾਲਕ ਬਖਸ਼ ਲੈਂਦਾ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਉਗਣ ਹਮਾਰੇ, ਦਇਆ ਕਰੋ ਕੁਛ ਮਿਹਰੋ ਪਾਵੋ, ਕੁਛ ਦਇਆ ਕਰੋ ਕੁਛ ਮਿਹਰ ਕਰ ਦੇਵੋ। ਡੁੱਬਦੇ ਪੱਥਰ ਤਾਰੇ, ਉਹ ਮਾਲਕ ਡੁੱਬਦੇ ਪੱਥਰਾਂ ਨੂੰ ਵੀ ਤਾਰ ਦਿੰਦਾ ਹੈ ਜੇਕਰ ਉਹਦੇ ਅੱਗੇ ਅਰਦਾਸ ਕਰੀਏ, ਮਨੋਂ ਕਰੀਏ। ਸਤਿਗੁਰੂ ਬਚਨ ਅੱਗੇ ਕਰਦੇ ਹਨ ਕਿ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿ ਸੁਨ ਪ੍ਰੇਤ। ਸਤਿਗੁਰੂ ਕਹਿੰਦੇ ਜਿਸ ਦਿਨ ਵੇਲੇ ਭਾਈ, ਜਿਸ ਵੇਲੇ ਤੇਰਾ ਇਹ ਸਰੀਰ
ਬਿਨਸਣਾ ਹੈ, ਭਾਵ ਕਿ ਤੇਰਾ ਅੰਤ ਸਮਾਂ ਆਉਣਾ ਹੈ। ਉਸ ਵੇਲੇ ਤੈਨੂੰ ਮੁਰਦਾ ਕਰਾਰ ਦਿੱਤਾ ਜਾਵੇਗਾ। ਜਿਹੜੇ ਤੈਨੂੰ ਕੱਲ੍ਹ ਤੱਕ ਜਿਉਂਦਾ ਕਹਿ ਕੇ ਆਪਣਾ ਆਪਣਾ ਕਹਿ ਕੇ ਤੇਰੇ ਗਲੇ ਲੱਗਦੇ ਸਨ, ਤੇਰੇ ਨੇੜੇ ਹੋ ਕੇ ਬਹਿੰਦੇ ਸਨ, ਜਿਸ ਦਿਨ ਤੇਰਾ ਅੰਤ ਸਮਾਂ ਆਇਆ, ਤੇਰਾ ਤਨ ਇਹ ਮਿੱਟੀ ਦੀ ਢੇਰੀ ਹੋ ਗਿਆ। ਇੱਕ ਗੱਲ ਚੇਤੇ ਰੱਖੀ ਪਿਆਰਿਆ, ਜਦੋਂ ਤੂੰ ਘਰੋਂ ਜਾਂਦਾ ਹੈ ਤਾਂ ਇਹ ਕਹਿ ਕੇ ਜਾਂਦਾ ਕਿ ਮੈਂ ਇੰਨੇ ਸਮੇਂ ਤੱਕ ਪਹੁੰਚਾਂਗਾ, ਇੰਨੇ ਸਮੇਂ ਤੱਕ ਵਾਪਸ ਆਵਾਂਗਾ, ਪਰ ਇਸ ਸਮੇਂ ਦਾ ਮਾਲਕ ਨੂੰ ਪਤਾ ਹੈ। ਤੂੰ ਪ੍ਰਮਾਤਮਾ ਨਾਲ ਜੁੜ, ਤੇਰਾ ਅੰਤ ਸਮਾਂ ਪਤਾ ਨਹੀਂ ਕਿਹੜੇ ਵੇਲੇ ਹੋਵੇ, ਕਿਤੇ ਨਾ ਹੋਵੇ ਉਹ ਸਮਾਂ ਗਵਾਚ ਜਾਵੇ, ਤੂੰ ਉਹ ਸਮਾਂ ਲੱਭਦਾ ਫਿਰੇ ਅਤੇ ਤੈਨੂੰ ਸਮਾਂ ਨਾ ਮਿਲੇ। ਸਤਿਗੁਰੂ ਕਹਿੰਦੇ ਕਿ ਭਾਈ ਜਿਸ ਵੇਲੇ ਤੇਰਾ ਅੰਤ ਸਮਾਂ ਆਵੇਗਾ, ਤੇਰਾ ਕਿਸੇ ਨੇ ਨਹੀਂ ਬਣਨਾ। ਜੋ ਤੂੰ ਕਰਮ ਕੀਤਾ ਹੈ ਉਹੀ ਤੇਰੇ ਨਾਲ ਜਾਣਾ ਹੈ। ਜੇ ਚੰਗਾ ਕੀਤਾ ਹੈ ਚੰਗਾ ਜਾਵੇਗਾ, ਜੇ ਮਾੜਾ ਕੀਤਾ ਮਾੜਾ ਜਾਵੇਗਾ। ਉਸੇ ਦਾ ਹਿਸਾਬ ਹੋਣਾ। ਤੈਨੂੰ ਇਕੱਲੇ ਨੂੰ ਲੇਖਾ ਦੇਣਾ ਪੈਣਾ ਹੈ। ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਣੀ ਭੇਤ। ਉਹਨਾਂ ਨੇ ਕਿਸੇ ਨੂੰ ਤੇਰਾ ਭੇਦ ਨਹੀਂ ਦੇਣਾ। ਜਿਹੜੇ ਤੈਨੂੰ ਲਿਜਾਣ ਵਾਲੇ ਹੋਣਗੇ, ਅਸੀਂ ਇਸ ਨੂੰ ਕਿੱਥੇ ਲੈ ਕੇ ਚੱਲੇ ਹਾਂ, ਉਹ ਜਮਦੂਤਾਂ ਨੇ ਕਿਸੇ ਨੂੰ ਨਹੀਂ ਦੱਸਣਾ। ਉਹਨਾਂ ਨੂੰ ਪਤਾ, ਉਹਨਾਂ ਨੇ ਮਾਲਕ ਦੇ ਅੱਗੇ ਲਿਜਾ ਕੇ ਹਾਜ਼ਰ ਕਰ ਦੇਣਾ। ਅੱਗੇ ਮਾਲਕ ਨੂੰ ਪਤਾ ਕਿ ਤੇਰੇ ਕਰਮਾਂ ਨੇ ਤੈਨੂੰ ਕਿੱਥੇ ਪਹੁੰਚਾਉਣਾ ਹੈ। ਉਹ ਮਾਲਕ ਨੂੰ ਪਤਾ ਹੈ ਕਿ ਤੂੰ ਕਿੱਥੇ ਜਾਣਾ ਹੈ। ਹੋਰ ਕਿਸੇ ਨੂੰ ਕੋਈ ਭੇਦ ਨਹੀਂ। ਜਿਹੜੇ ਲਿਜਾਣ ਵਾਲੇ ਉਹਨਾਂ ਦੀ ਡਿਊਟੀ ਹੈ, ਉਹਨਾਂ ਨੇ ਲਿਜਾ ਕੇ ਉਹਦੀ ਕਚਹਿਰੀ ਵਿੱਚ ਖੜਾ ਕਰ ਦੇਣਾ ਹੈ ਮਾਲਕ ਦੀ। ਅੱਗੇ ਲੇਖਾ ਜੋਖਾ ਤੇਰੇ ਕਰਮਾਂ ਦਾ ਹੋਣਾ ਹੈ। ਜਿਹੋ ਜਿਹਾ ਤੇਰਾ ਕਰਮ ਹੋਇਆ ਉਹੋ ਜਿਹਾ ਤੈਨੂੰ ਅਗਲਾ ਜਨਮ ਮਿਲ ਜਾਵੇਗਾ ਕਰਮਾਂ ਦੇ ਅਨੁਸਾਰ। ਛੱਡ ਖੜੋਤੇ ਖਿੰਨੇ ਮਾਹੇ ਜਿਨ ਸਿਓ ਲੱਗਾ ਹੇਤ। ਜਿਸ ਨੂੰ ਤੂੰ ਨੇ ਕੀਤਾ, ਜਿਸ ਨੂੰ ਤੂੰ ਪਿਆਰ ਕੀਤਾ, ਇੱਕ ਦਿਨ ਐਸਾ ਆਇਆ ਕਿ ਇੱਕ ਛਿਨ ਲੱਗਾ ਕਿ ਤੇਰੇ ਸਾਰੇ ਰਿਸ਼ਤੇਦਾਰ, ਤੇਰੇ ਸਾਰੇ ਪਿਆਰੇ, ਜਿੰਨੇ ਤੈਨੂੰ ਪਿਆਰ ਕਰਨ ਵਾਲੇ ਸੀ, ਛੱਡ ਕੇ ਪਰੇ ਹੋ ਗਏ। ਜਿਨ੍ਹਾਂ ਨਾਲ ਤੇਰਾ ਬਹੁਤ ਗੂੜਾ ਪਿਆਰ ਸੀ, ਉਹਨਾਂ ਨੇ ਇੱਕ ਕੰਮ ਹੋਰ ਕੀਤਾ ਕਿ ਜਿਨ੍ਹਾਂ ਨੂੰ ਤੂੰ ਆਪਣੇ ਕਹਿੰਦਾ ਸੀ, ਉਹ ਤੈਨੂੰ ਸਰੀਰ ਨੂੰ ਵੀ ਨਾ ਰੱਖ ਸਕੇ ਅਤੇ ਸਾੜਨ ਵਾਸਤੇ ਆਪ ਚੁੱਕ ਕੇ ਲੈ ਗਏ ਕਿ ਇਸ ਦਾ ਹੁਣ ਸਾਡੇ ਨਾਲ ਕੋਈ ਸੰਬੰਧ ਨਹੀਂ। ਸਤਿਗੁਰੂ ਸਾਨੂੰ ਗੁਰਬਾਣੀ ਦੇ ਵਿੱਚ ਇਹੀ ਕੁਝ ਸਮਝਾਉਣਾ ਕਰਦੇ ਹਨ ਕਿ ਇਨਸਾਨ, ਇਹ ਮਨੁੱਖ, ਤੂੰ ਕਰਮ ਉਹ ਕਰ ਜਿਹਦੇ ਨਾਲ ਤੇਰਾ ਜਨਮ ਸਵਰ ਜਾਵੇ। ਉਹ ਕੰਮ ਨਾ ਕਰੀ ਕਿ ਜਿਹਦਾ ਕਰਕੇ ਤੈਨੂੰ ਅੰਤ ਵੇਲੇ ਪਛਤਾਉਣਾ ਪਵੇ। ਸਤਿਗੁਰੂ ਬਚਨ ਕਰਦੇ ਹਨ ਕਿ ਛੱਡ ਖੜੋਤੇ ਖਿੰਨੇ ਮਾਹੀ ਜਿਨ ਸਿਓ ਲੱਗਾ ਹੇਤ। ਉਹ ਛੱਡ ਕੇ ਪਰੇ ਹੋ ਗਏ, ਪਰ ਲੇਖਾ ਤੈਨੂੰ ਇਕੱਲੇ ਨੂੰ ਹੀ ਦੇਣਾ ਪੈਣਾ ਹੈ। ਬਹੁ ਪਰ ਪੰਚ ਕਰ ਪਰ ਧਨ ਲਿਆਵੇ, ਸੁਤ ਦਾਰਾ ਪੇ ਆਨ ਲਟਾਵੇ। ਇਨਸਾਨ ਸੁਖੀ ਹੋਣ ਵਾਸਤੇ, ਆਪਣੇ ਪਰਿਵਾਰ ਨੂੰ ਖੁਸ਼ ਕਰਨ ਵਾਸਤੇ, ਧੀਆਂ ਪੁੱਤਰਾਂ ਨੂੰ ਖੁਸ਼ ਕਰਨ ਵਾਸਤੇ, ਸੰਸਾਰ ਦੀ ਸ਼ੋਭਾ ਖੱਟਣ ਵਾਸਤੇ ਕਈ ਵਾਰੀ ਬਹੁਤ ਵੱਲ ਛਲ ਕਰਦਾ ਹੈ, ਠੱਗੀਆਂ ਕਰਦਾ ਹੈ, ਬਹੁਤ ਧਨ ਇਕੱਠਾ ਕਰਦਾ ਹੈ। ਹਾਂ, ਧਨ ਇਕੱਠਾ ਕਰਨਾ ਕੋਈ ਗੁਨਾਹ ਨਹੀਂ, ਪਰ ਆਪਣੀ ਮਿਹਨਤ ਦਾ ਹੋਵੇ, ਆਪਣੇ ਦਸਾਂ ਨੌਹਾਂ ਦੀ ਕਿਰਤ ਦਾ ਹੋਵੇ। ਉਹਦੇ 'ਤੇ ਮਾਣ ਵੀ ਹੈ ਅਤੇ ਪਰਮਾਤਮਾ ਵੀ ਖੁਸ਼ ਹੈ। ਮਿਹਨਤ ਕਰਨੀ ਕੋਈ ਗੁਨਾਹ ਨਹੀਂ, ਪਰ ਠੱਗੀਆਂ ਮਾਰਨੀਆਂ ਬਹੁਤ ਗੁਨਾਹ ਹੈ। ਇਹਦਾ ਲੇਖਾ ਚੰਗੇ ਮਾੜੇ ਦਾ ਦੇਣਾ ਹੀ ਪੈਂਦਾ ਹੈ। ਪਰਿਵਾਰ ਅੰਤ ਵੇਲੇ ਨਾਲ ਨਹੀਂ ਨਿਭਦਾ, ਜਿਨ੍ਹਾਂ ਵਾਸਤੇ ਅਸੀਂ ਠੱਗੀਆਂ ਮਾਰ ਕੇ ਵੱਲ ਛਲ ਕਰਕੇ ਲਿਆਉਂਦੇ ਹਾਂ, ਅੰਤ ਵੇਲੇ ਉਹੀ ਚੱਕ ਕੇ ਲੈ ਜਾਂਦੇ ਅਤੇ ਅਲਾਂਬੂ ਲਾ ਦਿੰਦੇ ਹਨ। ਸੁੱਤ ਦਾਰਾ ਪਿਆਨ ਲਟਾਵੇ ਕਿ ਆਪਣੇ ਧੀਆਂ ਪੁੱਤਰਾਂ ਤੋਂ, ਪਤਨੀ ਤੋਂ, ਇਸਤਰੀ ਤੋਂ ਜੋ ਧਨ ਵਾਰਦਾ ਹੈ ਕਿ ਮੈਂ ਤੁਹਾਡੇ ਵਾਸਤੇ ਇੰਨਾ ਧਨ ਲਿਆਂਦਾ, ਤੁਸੀਂ ਸੁਖੀ ਵਸੋ, ਪਰ ਆਪ ਨੂੰ ਨਹੀਂ ਪਤਾ ਕਿ ਮੈਂ ਕਿੰਨਾ ਦੁਖੀ ਹੋਵਾਂਗਾ। ਸਤਿਗੁਰੂ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸੋ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਜਗਤ ਦੀ ਸਾਰੀ ਝੂਠੀ ਪ੍ਰੀਤ ਹੈ, ਸਾਰੇ ਆਪਣੇ ਸੁੱਖ ਵਾਸਤੇ ਹੀ ਲੱਗੇ ਹਨ। ਜਿੰਨਾ ਚਿਰ ਇਨਸਾਨ ਕਮਾਉਂਦਾ ਹੈ, ਉਨਾ ਚਿਰ ਉਸ ਨੂੰ ਸਾਰੇ ਪਿਆਰ ਕਰਦੇ ਹਨ। ਇਹੀ ਇਨਸਾਨ ਕਮਾਈ ਕਰਨੀ ਛੱਡ ਦੇਵੇ, ਪੈਸਾ ਲਿਆਉਣਾ ਕਰੇ ਛੱਡ ਦੇਵੇ, ਤਾਂ ਸਾਰੇ ਉਸ ਨੂੰ ਭੈੜਾ ਭੈੜਾ ਦੇਖਣਗੇ। ਪਰ ਇਹ ਮਨੁੱਖ ਮਿਹਨਤ ਕਰ ਜਿੰਨੀ ਤੇਰੇ ਤੋਂ ਹੁੰਦੀ, ਪਰ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਨਾਲ ਆਪਣਾ ਪਰਿਵਾਰ ਪਾਲ ਔਰ ਆਪਣਾ ਜਨਮ ਵੀ ਸਵਾਰ।
ਭਗਤ ਕਬੀਰ ਜੀ ਵੀ ਕਹਿੰਦੇ ਹਨ ਕਿ ਕਹਿਤ ਕਬੀਰ ਸੁਨੋ ਰੇ ਸੰਤੋ, ਅਣ ਧਨ ਕਛੂਐ ਲੈ ਨਾ ਗਇਓ। ਵੀਰ ਜੀ ਵੀ ਕਹਿੰਦੇ ਹਨ ਕਿ ਭਾਈ ਇਨਸਾਨ ਅੰਤ ਵੇਲੇ ਇੱਥੋਂ ਕੁਛ ਨਹੀਂ ਲੈ ਕੇ ਜਾਂਦਾ, ਸਭ ਕੁਝ ਇੱਥੇ ਹੀ ਛੱਡ ਜਾਂਦਾ। ਕਹਿਤ ਕਬੀਰ ਸੁਨੋ ਰੇ ਸੰਤੋ, ਅਣ ਧਨ ਕਛੂਐ ਲੈ ਨਾ ਗਇਓ। ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚੱਲਿਓ। ਜਦੋਂ ਉਹਦਾ ਹੁਕਮ ਆ ਗਿਆ, ਜਦੋਂ ਉਹਦਾ ਸੱਦਾ ਆ ਗਿਆ, ਉੱਥੇ ਤੈਨੂੰ ਤਲਬ ਕੀਤਾ ਜਾਣਾ ਹੈ। ਸਤਿਗੁਰੂ ਉਸ ਅਕਾਲ ਪੁਰਖ ਦੇ ਸਾਹਮਣੇ ਤੈਨੂੰ ਪੇਸ਼ ਕੀਤਾ ਜਾਣਾ ਹੈ। ਤੇਰੇ ਹੱਥ ਉੱਤੇ ਕੁਛ ਵੀ ਨਹੀਂ ਹੋਵੇਗਾ, ਨਾ ਅੰਨ ਨਾ ਧਨ, ਨਾ ਤੇਰੇ ਜਿਹੜੇ ਸੋਹਣੇ ਮੰਦਰ ਮਹਿਲ ਬਣਾਏ, ਕੁਛ ਵੀ ਤੇਰੇ ਨਾਲ ਨਹੀਂ ਜਾਣਾ। ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚੱਲਿਓ। ਮਾਇਆ ਮੰਦਰ ਸਭ ਕੁਝ ਤੇ ਛੱਡ ਜਾਣਾ ਹੈ। ਇੱਕ ਛੋਟੀ ਜੀ ਜੋ ਸਾਖੀ ਕਹਿ ਲਓ ਜਾਂ ਵਿਚਾਰ ਕਹਿ ਲਓ, ਕਹਿੰਦੇ ਹਨ ਕਿ ਇੱਕ ਬਜ਼ੁਰਗ ਜੋ ਜਿਸ ਨੇ ਆਪਣੀ ਉਮਰ ਦੇ ਵਿੱਚ, ਜਵਾਨੀ ਦੇ ਵਿੱਚ ਬੜਾ ਕੰਮ ਕੀਤਾ, ਬਹੁਤ ਕੰਮ ਕੀਤਾ। ਉਸਨੇ ਦਿਨ ਰਾਤ ਮਿਹਨਤ ਕਰਕੇ ਜੋ ਉਸਨੇ ਬਹੁਤ ਧਨ ਇਕੱਠਾ ਕੀਤਾ, ਸੋਹਣਾ ਘਰ ਬਣਾਇਆ, ਆਪਣੇ ਧੀਆਂ ਪੁੱਤਰਾਂ ਵਾਸਤੇ ਪੈਸਾ ਜੋੜ ਕੇ ਰੱਖਿਆ। ਕਹਿੰਦੇ ਕਿ ਇੱਕ ਸਮਾਂ ਐਸਾ ਆਇਆ, ਬਜ਼ੁਰਗ ਤਾਂ ਹੋਣਾ ਹੀ ਸੀ, ਉਮਰ ਢਲਦੀ ਗਈ, ਬਜ਼ੁਰਗ ਹੋ ਗਿਆ, ਔਰ ਆਪਣੇ ਹੱਥੀਂ ਨਾ ਤਾਂ ਉਹਨੇ ਕੋਈ ਦਾਨ ਪੁੰਨ ਕੀਤਾ, ਨਾ ਸੇਵਾ ਸਿਮਰਨ ਕੀਤਾ, ਨਾ ਪਰਮਾਤਮਾ ਦਾ ਕਦੇ ਸ਼ੁਕਰਾਨਾ ਕੀਤਾ। ਸਿਰਫ ਮਿਹਨਤ ਵੱਲ ਹੀ ਧਿਆਨ ਰਿਹਾ। ਮਿਹਨਤ ਕਰਨੀ ਗੁਨਾਹ ਨਹੀਂ, ਪਰ ਜਿਸ ਨੇ ਮਿਹਨਤ ਬਖਸ਼ੀ ਹੈ, ਜਿਸ ਨੇ ਸਾਨੂੰ ਸਰੀਰ ਬਖਸ਼ਿਆ, ਉਹਦਾ ਵੀ ਕੁਝ ਉਸ ਨੂੰ ਸਮਾਂ ਦੇਣਾ ਵੀ ਜ਼ਰੂਰੀ ਹੈ। ਜ਼ਰੂਰੀ ਨਹੀਂ ਬੈਠ ਕੇ ਅਸੀਂ ਨਾਮ ਜਪਣਾ ਕੰਮ ਕਰਦੇ, ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰ ਸਕਦੇ ਹਾਂ, ਪਰਮਾਤਮਾ ਨੂੰ ਯਾਦ ਕਰ ਸਕਦੇ ਹਾਂ। ਪਰ ਕਹਿੰਦੇ ਉਸ ਨੇ ਸਿਰਫ ਆਪਣੀ ਮਿਹਨਤ ਵੱਲ, ਆਪਣੇ ਕੰਮ ਵੱਲ ਧਿਆਨ ਰੱਖਿਆ, ਪੈਸਾ ਜੋੜਨ ਵੱਲ ਧਿਆਨ ਰੱਖਿਆ। ਪੈਸੇ ਨਾਲ ਪਿਆਰ ਵੱਧ ਗਿਆ, ਪਰਮਾਤਮਾ ਨਾਲੋਂ ਘਟ ਗਿਆ। ਇੱਕ ਦਿਨ ਐਸਾ ਆਇਆ ਕਿ ਕਹਿੰਦੇ ਬਿਮਾਰ ਹੋ ਗਿਆ, ਬਿਰਧ ਸਰੀਰ ਹੋ ਗਿਆ, ਬੋਲਣੋਂ ਜੀਵ ਜਵਾਬ ਦੇ ਗਈ। ਉਸ ਨੇ ਫਿਰ ਕਿਹਾ ਕਿ ਜਾਂਦੇ ਜਾਂਦੇ ਜਿਹੜੀ ਮੈਂ ਮਾਇਆ ਕਮਾਈ, ਇਹਦਾ ਸ਼ਾਇਦ ਕੁਛ ਪੁੰਨ ਦਾਨ ਹੋ ਜਾਵੇ। ਤਾਂ ਉਸ ਨੇ ਆਪਣੇ ਬੱਚਿਆਂ ਨੂੰ ਇਸ਼ਾਰੇ ਨਾਲ, ਉਹਦੇ ਰਿਸ਼ਤੇਦਾਰ ਸੰਬੰਧੀ ਸਭ ਇਕੱਠੇ ਹੋਏ ਕਿ ਪਤਾ ਨਹੀਂ ਕਿਹੜੇ ਵੇਲੇ ਸਮਾਂ ਜਾਵੇ ਤੇ ਮਿਲ ਆਈਏ। ਕਹਿੰਦੇ ਕਿ ਉਸ ਬਜ਼ੁਰਗ ਨੇ ਇਸ਼ਾਰੇ ਨਾਲ ਆਪਣੇ ਬੱਚਿਆਂ ਨੂੰ ਕਿਹਾ ਕਿ ਉਸ ਕੰਧ ਦੇ ਨਾਲ ਮੈਂ ਧਨ ਦੱਬਿਆ ਹੋਇਆ ਹੈ ਤੇ ਉਹਨੂੰ ਕੱਢ ਕੇ ਗਰੀਬਾਂ ਦੇ ਵਿੱਚ ਲੋੜਵੰਦਾਂ ਨੂੰ ਦੇ ਦਿਓ। ਬੱਚੇ ਸਮਝ ਤਾਂ ਗਏ, ਉਹਨਾਂ ਨੂੰ ਪਤਾ ਸੀ ਕਿ ਕਿੱਥੇ ਧਨ ਰੱਖਦਾ ਹੈ, ਕਿੱਥੇ ਮਾਇਆ ਦੱਬਦਾ ਹੈ। ਘਰ ਦੇ ਮੈਂਬਰ ਨੂੰ ਪਤਾ ਹੁੰਦਾ, ਦਿਨ ਰਾਤ ਘਰੇ ਰਹਿੰਦੇ, ਕਿੱਥੇ ਟੋਵੇ ਪੜਦਾ, ਕਿੱਥੋਂ ਕੀ ਕੱਢਦਾ। ਸਮਝ ਗਏ ਕਿ ਹੁਣ ਸਾਨੂੰ ਧਨ ਕੱਢਣ ਵਾਸਤੇ ਕਹਿੰਦਾ ਹੈ। ਜੇ ਅਸੀਂ ਧਨ ਕੱਢਿਆ ਤਾਂ ਰੌਲਾ ਪੈ ਜਾਵੇਗਾ, ਸੰਬੰਧੀ ਕੀ ਕਹਿਣਗੇ, ਇਹਦੀ ਵੰਡ ਵੀ ਹੋਵੇਗੀ। ਤਾਂ ਉਹ ਸੰਬੰਧੀਆਂ ਨੂੰ ਸਮਝਾਉਣ ਵਾਸਤੇ, ਭਾਵ ਕਿ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਬੱਚੇ ਕਹਿਣ ਲੱਗੇ ਕਿ ਸਾਡੇ ਪਿਤਾ ਨੇ, ਸਾਡੇ ਬਜ਼ੁਰਗ ਨੇ ਬਹੁਤ ਕੰਮ ਕੀਤਾ ਹੈ। ਇਹ ਕੰਧਾਂ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ ਕਿ ਮੈਂ ਬਹੁਤ ਕੰਮ ਕੀਤਾ ਹੈ, ਬਹੁਤ ਸੋਹਣੇ ਘਰ ਬਣਾਏ ਹਨ, ਬਹੁਤ ਵੱਡੇ ਵੱਡੇ ਘਰ ਬਣਾਏ ਹਨ, ਬਹੁਤ ਸੁੰਦਰ ਘਰ ਬਣਾਇਆ ਹੈ, ਪਰ ਮੇਰੇ ਕੰਮ ਨਹੀਂ ਆਇਆ, ਕਿਉਂਕਿ ਹੁਣ ਮੈਨੂੰ ਜਾਣਾ ਪੈਣਾ ਹੈ। ਇਹ ਨਹੀਂ ਦੱਸਿਆ ਕਿ ਮਾਇਆ ਕੱਢਣ ਵਾਸਤੇ ਕਹਿੰਦਾ, ਕਿਉਂ ਕਿ ਜੇ ਮਾਇਆ ਕੱਢਦੇ ਤਾਂ ਵੰਡਣੀ ਪੈਣੀ ਸੀ। ਇਸ ਕਰਕੇ ਉਹ ਕਹਿੰਦੇ ਇਹਦਾ ਤਾਂ ਪਤਾ ਨਹੀਂ ਕਿਹੜੇ ਵੇਲੇ ਚਲਾ ਜਾਣਾ ਹੈ, ਪਰ ਮਾਇਆ ਸਾਡੇ ਕੰਮ ਆਵੇਗੀ, ਸਾਨੂੰ ਇਹਦੀ ਲੋੜ ਹੈ, ਹੁਣ ਇਸ ਨੂੰ ਇਹਦੀ ਲੋੜ ਨਹੀਂ। ਕੀ ਭਾਵ? ਕਹਿਣ ਲੱਗੇ ਕਿ ਭਾਈ ਜਿਹੜਾ ਪੁੰਨ ਦਾਨ ਕਰਨਾ ਹੈ ਉਹ ਆਪਣੇ ਹੱਥੀਂ ਕਰ ਜਾ, ਬਾਅਦ ਵਿੱਚ ਤੈਨੂੰ ਕਿਸੇ ਨੇ ਨਹੀਂ ਪੁੰਨ ਦਾਨ ਕਰਨ ਦਾ ਮੌਕਾ ਦੇਣਾ। ਨੈਣੋ ਨੀਰ ਬਹਿ ਤਨਖੀਨਾ, ਭਏ ਕੇਸ ਦੁਧਵਾਨੀ। ਨੈਣੋ ਨੀਰ ਵਹਿਣ ਲੱਗ ਪਿਆ, ਤਨ ਲਿੱਸਾ ਹੋ ਗਿਆ, ਬੁੱਢਾ ਹੋ ਗਿਆ, ਬਜ਼ੁਰਗ ਹੋ ਗਿਆ। ਭਏ ਕੇਸ ਦੁਧਵਾਨੀ, ਕਿ ਜਿਹੜੇ ਤੇਰੇ ਕੇਸ ਸੀ ਦੁੱਧ ਵਰਗੇ ਚਿੱਟੇ ਹੋ ਗਏ। ਰੂਧਾ ਕੰਠ, ਸ਼ਬਦ ਨਹੀਂ ਉਚਰੈ, ਕਿ ਤੇਰਾ ਗਲਾ ਵੀ ਭਰ ਗਿਆ।
ਹੁਣ ਤੇਰੇ ਤੋਂ ਬੋਲਿਆ ਨਹੀਂ ਜਾਂਦਾ। ਅਬ ਕਿਆ ਕਰੇ ਪ੍ਰਾਣੀ, ਕਿ ਪ੍ਰਾਣੀ ਹੁਣ ਤੂੰ ਕੀ ਕਰ ਸਕਦਾ ਹੈ। ਹੁਣ ਤੇਰੇ 'ਚ ਸਮਰੱਥਾ ਨਹੀਂ ਬੋਲਣ ਦੀ, ਤੂੰ ਬੋਲ ਕੇ ਦੱਸ ਵੀ ਨਹੀਂ ਸਕਦਾ ਕਿ ਮੈਂ ਕੀ ਕਰ ਰਿਹਾ, ਚਾਹੇ ਮੈਨੂੰ ਤਕਲੀਫ ਕੀ ਹੈ, ਮੈਂ ਜਾਂ ਕੀ ਚਾਹੁੰਦਾ ਹਾਂ। ਤੇਰੇ ਵਿੱਚ ਬੋਲਣ ਦੀ ਸਮਰੱਥਾ ਵੀ ਨਹੀਂ, ਕੰਮ ਕਰਨ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ। ਸੋ ਸਤਿਗੁਰੂ ਸਾਨੂੰ ਇਹ ਸਮਝਾਉਣਾ ਕਰਦੇ ਕਿ ਭਾਈ ਤੂੰ ਜੋ ਕਰਨਾ ਹੈ ਆਪਣੇ ਹੱਥੀਂ ਕਰਕੇ ਜਾ, ਕਿਸੇ ਦੇ ਆਸ ਨਾ ਰੱਖ, ਆਪਣੀ ਉਮਰ ਦੇ ਵਿੱਚ ਕਰ, ਕੋਈ ਪੁੰਨ ਦਾਨ ਵੀ ਕਰ, ਪਰਮੇਸ਼ਵਰ ਦਾ ਨਾਮ ਜਪ, ਜੋ ਤੂੰ ਕਮਾਈ ਕਰਦਾ ਹੈ ਉਹ ਤੇਰੀ ਲੇਖੇ ਲੱਗ ਜਾਵੇ। ਆਪਣੀ ਹੱਕ ਸੱਚ ਦੀ ਕਮਾਈ ਦੇ ਵਿੱਚੋਂ ਜਿੰਨੀ ਕੁ ਹੋ ਸਕਦਾ ਹੈ ਉਹਨਾਂ ਕੁ ਤੂੰ ਲੋੜਵੰਦ ਦੀ ਲੋੜ ਹੀ ਪੂਰੀ ਕਰ। ਸਤਿਗੁਰੂ ਕਹਿੰਦੇ ਕਿ ਭਾਈ ਜਦੋਂ ਤੇਰਾ ਅੰਤ ਸਮਾ ਗਿਆ, ਤੇਰਾ ਕਿਸੇ ਨੇ ਨਹੀਂ ਬਣਨਾ, ਜਿਨ੍ਹਾਂ ਨਾਲ ਤੂੰ ਪਿਆਰ ਕਰਦਾ ਹੈ। ਛੱਡ ਖੜੋਤੇ ਖਿੰਨੇ ਮਾਹੇ, ਜਿਨ ਸੋ ਲੱਗਾ ਹੇਤ, ਉਹ ਤੈਨੂੰ ਛੱਡ ਕੇ ਪਰੇ ਹੋ ਜਾਣਗੇ। ਹੱਥ ਮਰੋੜੇ ਤਨ ਕਪੇ, ਸਿਆ ਹੋਵਾ ਸੇਤ। ਮੌਤ ਇੰਨੀ ਖਤਰਨਾਕ ਹੈ ਕਿ ਤੇਰੇ ਹੱਥ ਪੈਰ ਕੰਬਣ ਲੱਗ ਜਾਣਗੇ। ਇੰਨੀ ਜਦੋਂ ਉਹਦਾ ਸਮਾਂ ਆਵੇਗਾ, ਤੇਰੇ ਹੱਥ ਪੈਰ ਮੁੜ ਜਾਣਗੇ, ਉਦੋਂ ਤੇਰੇ ਕੋਲ ਸਮਾਂ ਨਹੀਂ ਹੋਵੇਗਾ। ਸਿਆ ਹੋਵਾ ਸੇਤ, ਜਿਨ੍ਹਾਂ ਦਾ ਤਨ ਪਹਿਲਾਂ ਕਾਲਾ ਸੀ ਜਾਂ ਹੋਰ ਰੰਗ ਦਾ ਸੀ, ਮੌਤ ਆਈ ਤਾਂ ਇੱਕਦਮ ਚਿੱਟਾ ਹੋ ਗਿਆ। ਫਿਰ ਜਿਸ ਮਨੁੱਖ ਨੇ ਕਰਮ ਕੀਤੇ ਉਸ ਦਾ ਅੱਗੇ ਜਾ ਕੇ ਕੀ ਬਣੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹਾ ਬੀਜੇ ਸੋ ਲੁਣੇ, ਕਰਮਾਂ ਸੰਦੜਾ ਖੇਤ। ਜੋ ਕੁਝ ਇਨਸਾਨ ਨੇ ਬੀਜਿਆ ਹੈ ਭਾਈ ਉਸ ਨੂੰ ਵੱਢਣਾ ਪਵੇਗਾ। ਕਰਮਾਂ ਸੰਦੜਾ ਖੇਤ, ਇਸ ਸਰੀਰ ਖੇਤ ਵਿੱਚ ਜਿਹੋ ਜਿਹੇ ਕੋਈ ਕਰਮ ਪਾਉਂਦਾ ਹੈ, ਜਿਹੋ ਜਿਹਾ ਕੋਈ ਕਰਮ ਕਰਦਾ ਹੈ, ਖੇਤ ਰੂਪ ਸਰੀਰ ਜੋ ਹੈ ਸਾਡਾ, ਜੋ ਖੇਤ ਰੂਪ ਸਰੀਰ ਹੈ, ਇਸ ਦੇ ਵਿੱਚ ਅਸੀਂ ਜਿਹੋ ਜਿਹਾ ਬੀਜ ਪਾਵਾਂਗੇ, ਜੇ ਪੁੰਨ ਦਾ ਪਾਵਾਂਗੇ ਤਾਂ ਸਾਨੂੰ ਉਹ ਜਿਹਾ ਫਲ ਮਿਲੇਗਾ, ਜੇ ਪਾਪ ਦਾ ਬੀਜ ਬੀਜਾਂਗੇ ਤਾਂ ਉਹ ਜਿਹਾ ਵੱਢਣਾ ਪਵੇਗਾ। ਪਰ ਵੱਢਣਾ ਜ਼ਰੂਰ ਪਵੇਗਾ ਜਿਹਾ ਕੋ ਬੀਜੇਗਾ। ਜਿਹਾ ਬੀਜੇ ਸੋ ਲੁਣੇ, ਕਰਮਾਂ ਸੰਦੜਾ ਖੇਤ। ਸਤਿਗੁਰੂ ਕਹਿੰਦੇ ਭਾਈ ਨਾਨਕ ਪ੍ਰਭ ਸਰਨਾਗਤੀ, ਚਰਨ ਬੋਇਤ ਪ੍ਰਭ ਦੇਤ। ਸੇ ਭਾਦੋਏ ਨਰਕ ਨ ਪਾਈਐ, ਗੁਰ ਰੱਖਣ ਵਾਲਾ ਹੇਤ। ਜਿਹੜੇ ਮਨੁੱਖ ਪ੍ਰਮਾਤਮਾ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਏ, ਪ੍ਰਮਾਤਮਾ ਦੀ ਸ਼ਰਨ ਆ ਗਏ, ਉਸ ਵਾਹਿਗੁਰੂ ਪਰਮੇਸ਼ਵਰ ਦਾ ਓਟ ਆਸਰਾ ਤੱਕ ਲਿਆ, ਤਾਂ ਲੋਕ ਕਹਿੰਦੇ ਹਨ ਕਿ ਸੰਸਾਰ ਸਮੁੰਦਰ ਡੋਬਦਾ ਹੈ, ਪਰ ਜੇ ਮਾਲਕ ਦਾ ਆਸਰਾ, ਮਾਲਕ ਦਾ ਪੱਲਾ ਫੜ ਲਿਆ, ਮਾਲਕ ਦੇ ਚਰਨਾਂ ਨਾਲ ਜੁੜ ਗਏ, ਤਾਂ ਮਾਲਕ ਦਾ ਜੋ ਨਾਮ ਹੈ, ਉਹਦਾ ਸੱਚ ਹੈ, ਉਹਦੀ ਵਡਿਆਈ ਹੈ, ਪ੍ਰਮਾਤਮਾ ਦੇ ਨਾਮ ਦੀ ਜੋ ਵਡਿਆਈ ਹੈ, ਉਹਦਾ ਪੱਲਾ ਹੈ ਭਾਈ, ਉਹ ਜਹਾਜ਼ ਬਣ ਕੇ ਸੰਸਾਰ ਸਮੁੰਦਰ ਦੇ ਵਿੱਚੋਂ ਤਾਰ ਦੇਵੇਗਾ, ਤੈਨੂੰ ਡੁੱਬਣ ਨਹੀਂ ਦੇਵੇਗਾ। ਸੇ ਭਾਦੋਏ ਨਰਕ ਨ ਪਾਈਐ, ਗੁਰ ਰੱਖਣ ਵਾਲਾ ਹੇਤ। ਭਾਦੋਂ ਦੇ ਮਹੀਨੇ ਵਿੱਚ ਉਹ ਕਦੀ ਵੀ ਨਰਕਾਂ ਦੇ ਭਾਗੀ ਨਹੀਂ ਹੋਣਗੇ, ਭਾਵ ਕਿ ਉਹ ਕਦੇ ਦੁੱਖ ਨਹੀਂ ਭੋਗਣਗੇ, ਉਹਨਾਂ ਦਾ ਜਨਮ ਸਵਾਰਿਆ ਜਾਵੇਗਾ। ਸਾਹਿਬ ਕਹਿੰਦੇ ਗੁਰ ਰੱਖਣ ਵਾਲਾ ਹੇਤ, ਜਿਨ੍ਹਾਂ ਨੂੰ ਗੁਰੂ ਰੱਖਣ ਵਾਲਾ ਹੈ, ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ, ਉਹ ਭਾਈ ਸਦਾ ਸੰਸਾਰ ਸਮੁੰਦਰ ਤੋਂ ਤਰ ਜਾਣਗੇ, ਉਹ ਸੁੱਖ ਭੋਗਣਗੇ। ਇਹ ਨਹੀਂ ਕਿ ਸੰਸਾਰਕ ਤੌਰ 'ਤੇ ਦੁੱਖ ਨਹੀਂ ਆਉਂਦੇ, ਸਰੀਰ ਕਰਕੇ ਦੁੱਖ ਆਉਣਗੇ, ਪਰ ਉਹਨਾਂ ਨੂੰ ਝੱਲਣ ਦੀ ਸਮਰੱਥਾ ਬਣ ਜਾਂਦੀ ਹੈ। ਪਰਮਾਤਮਾ ਦੁੱਖ ਜੇ ਆਉਂਦੇ ਹਨ ਤਾਂ ਉਹਨਾਂ ਨੂੰ, ਉਹਨਾਂ ਇਨਸਾਨਾਂ ਨੂੰ, ਉਹਨਾਂ ਪਿਆਰਿਆਂ ਨੂੰ ਸਮਰੱਥਾ ਬਖਸ਼ ਦਿੰਦਾ ਹੈ ਕਿ ਉਹ ਦੁੱਖ ਨੂੰ ਦੁੱਖ ਨਹੀਂ ਜਾਣਦੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਔਰ ਭੈ ਨਹੀਂ ਜਾਗ, ਕੰਚਨ ਮਾਟੀ ਮਾਨੈ। ਉਹ ਖੁਸ਼ੀਆਂ ਗਮੀਆਂ ਨੂੰ ਇੱਕ ਸਮਾਨ ਸਮਝਦੇ, ਦੁੱਖ ਅਤੇ ਸੁੱਖ ਨੂੰ ਇੱਕ ਸਮਾਨ ਸਮਝਦੇ ਹਨ। ਪਰਮਾਤਮਾ ਦੇ ਸ਼ੁਕਰਾਨੇ ਵਿੱਚ ਰਹਿੰਦੇ ਹਨ, ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਹਨ। ਸੋ ਇਹ ਸੀ ਕੁਝ ਬਚਨ ਸਤਿਗੁਰਾਂ ਦੇ, ਜਿਨ੍ਹਾਂ ਦੀ ਆਪਾਂ ਰਲ ਮਿਲ ਕੇ ਵਿਚਾਰਾਂ ਦੀ ਸਾਂਝ ਪਾਈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਅਤੇ ਸਤਿਗੁਰੂ ਕੀ ਸੰਗਤ ਬਖਸ਼ਣਯੋਗ ਹੁੰਦੀ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰੂ ਸਮੱਤ ਬਖਸ਼ਣ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਜੀਓ ਆਇਆ, ਆਓ 6 ਪੌੜੀਆਂ ਨਾਲ ਸਾਹਿਬ ਕਰਕੇ ਆਪਾਂ ਅਰਦਾਸ ਬੇਨਤੀ ਕਰੀਏ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।